अस्सलाम वालेकुम जी। ਵੈਲਕਮ ਬੈਕ ਟੂ ਲਾਈਫ ਵਿਦ ਜੱਟੀ ਜਨਾਬ। ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਹੈ ਜੀ ਤੁਸੀਂ ਠੀਕ ਹੋਵੋਗੇ। ਅੱਲਾ ਦੇ ਫਜ਼ਲ ਕਰਮ ਨਾਲ ਮੈਂ ਵੀ ਠੀਕ ਠਾਕ, ਸ਼ੁਕਰ ਅਲਹਮਦੁਲਿਲਾ। ਵੈਸੇ ਮੇਰੇ ਜਾਣਨ ਵਾਲੇ ਮੈਨੂੰ ਸ਼ਾਇਦ ਟਿਕਟੋਕ ਤੇ ਇੰਸਟਾ ਤੇ ਵੇਖਦੇ ਰਹਿੰਦੇ ਨੇ ਤੇ YouTube ਤੇ ਮੈਂ ਬੜੀ ਦੇਰ ਬਾਅਦ ਵਲੌਗ ਪਾਉਂਦੀ ਹਾਂ ਤੇ ਫਿਰ ਮੈਂ ਮਾਜ਼ਰਤ ਕਰਨੀ ਆ ਕਿ ਨਿਕਲ ਤੋਂ ਰੂਟੀਨ 'ਚ ਤੇ ਪਤਾ ਨਹੀਂ ਹੁਣ ਮੈਂ ਰੂਟੀਨ 'ਚ ਆ ਸਕਾਂਗੀ ਕਿ ਨਹੀਂ। ਲੇਕਿਨ ਜਨਾਬ ਅੱਜ ਤੁਹਾਡੇ ਨਾਲ ਵਲੌਗ ਪੂਰਾ ਤੁਸੀਂ ਦੇਖਣਾ ਹੈ ਕਿਉਂਕਿ ਅੱਜ ਤੁਹਾਡੇ ਨਾਲ ਕੁਝ ਦਿਲ ਦੀਆਂ ਗੱਲਾਂ ਸ਼ੇਅਰ ਕਰਨੀਆਂ ਨੇ। ਥੋੜੀ ਜੀ ਲਾਈਫ 'ਚ ਚੇਂਜ ਆਇਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਹੈ। ਆਪਣੇ ਰੱਬ ਤੇ ਇੰਨਾ ਯਕੀਨ ਰੱਖੋ ਕਿ ਜ਼ਿੰਦਗੀ ਜਿਹੜੀ ਹੈ ਨਾ ਉਹ ਇੱਕ ਸੈਕਿੰਡ ਦੇ ਵਿੱਚ ਚੇਂਜ ਹੋ ਜਾਂਦੀ ਹੈ। ਹਾਲਾਤ ਵਾਕਿਆਤ ਤੇ ਚੇਂਜ ਹੁੰਦੇ ਹੀ ਰਹਿੰਦੇ ਨਾਲ ਨਾਲ, ਲੇਕਿਨ ਇੱਕ ਸੈਕਿੰਡ ਲੱਗਦਾ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਹੈ। ਤੇ ਪਿਛਲੇ 1 ਸਾਲ ਤੋਂ ਮੈਂ ਵੀ ਕੁਝ ਚੀਜ਼ਾਂ ਐਸੀਆਂ ਫੇਸ ਕਰ ਰਹੀ ਹਾਂ ਜਿਹੜੀਆਂ ਮੁਸ਼ਕਿਲ ਸਨ ਸਾਡੇ ਲਈ। ਹੁਣ ਅਸੀਂ ਯੂਜ਼ ਟੂ ਵੀ ਥੋੜ੍ਹੇ ਜਿਹੇ ਹੋ ਗਏ ਹਾਂ, ਥੋੜ੍ਹੇ ਸੈੱਟ ਹੋ ਗਏ ਹਾਂ ਕਿ ਨਹੀਂ ਇੰਜ ਮੈਨੇਜ ਕਰਨਾ ਹੈ। ਸਟਾਰਟ ਤੋਂ ਸਾਨੂੰ ਚੀਜ਼ਾਂ ਮੈਨੇਜ ਕਰਨੀਆਂ ਨਹੀਂ ਸੀ ਆਉਣ ਡੀਆਂ। ਤੁਹਾਨੂੰ ਆਪਣੀ ਅੰਮੀ ਬਾਰੇ 'ਚ ਗੱਲ ਕਰ ਰਹੀ ਹਾਂ ਕਿ ਜਿਸ ਤਰ੍ਹਾਂ ਅਚਾਨਕ ਬਿਮਾਰ ਹੋਏ, ਅਚਾਨਕ ਉਹ ਬਿਸਤਰ 'ਤੇ, ਫਿਰ ਉਹਨਾਂ ਦੀ ਇਹ ਕੰਡੀਸ਼ਨ ਹੋ ਗਈ ਕਿ ਉਹ ਡਾਇਪਰ 'ਤੇ ਆ ਗਏ ਔਰ ਹਜੇ ਵੀ ਉਂਝ ਹੀ ਨੇ। ਲੇਕਿਨ ਤੁਹਾਡੇ ਨਾਲ ਸਾਰਾ ਕੁਝ ਅੱਜ ਦੇ ਵਲੌਗ 'ਚ ਸ਼ੇਅਰ ਕਰਾਂਗੀ ਕਿ ਮੈਂ ਇਸ ਟਾਈਮ ਕਿੱਥੇ ਹਾਂ। ਮੈਂ ਆਪਣਾ ਘਰ ਚੇਂਜ ਕੀਤਾ ਔਰ ਰੈਂਟ 'ਤੇ ਮੈਂ ਆ ਗਈ ਆਪਣੀ ਅੰਮੀ ਦੇ ਨਜ਼ਦੀਕ ਤੇ ਤੁਹਾਡੇ ਨਾਲ ਸਾਰੀ ਰੂਟੀਨ, ਆਪਣੇ ਘਰ ਦਾ ਵਲੌਗ, ਹਰ ਚੀਜ਼ ਸ਼ੇਅਰ ਕਰਾਂਗੀ। ਤੁਸੀਂ ਜਲਦੀ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਔਰ ਸ਼ੇਅਰ ਵੀ ਕਰੋ ਤੇ ਦੁਆਵਾਂ 'ਚ ਵੀ ਯਾਦ ਰੱਖੋ ਜਨਾਬ। ਤੇ ਅੰਮੀ ਦੀ ਤਬੀਅਤ ਦੇ ਹਿਸਾਬ ਨਾਲ ਤੁਹਾਨੂੰ ਅਪਡੇਟ ਦਿਆਂਗੀ ਕਿਉਂਕਿ ਟਿਕਟੋਕ 'ਤੇ 1 ਮਿੰਟ ਦੀ ਵੀਡੀਓ ਹੁੰਦੀ ਹੈ, ਉਹ ਤੁਹਾਡੀ ਮੈਂ ਫਨੀ ਮੇਰਾ ਕੰਟੈਂਟ ਹੁੰਦਾ ਹੈ। ਤੁਸੀਂ ਖੁਸ਼ ਹੁੰਦੇ ਜੇ, ਬਹੁਤ ਸ਼ੁਕਰੀਆ। ਲੇਕਿਨ ਅੱਜ ਅਸੀਂ ਸੀਰੀਅਸ ਵਲੌਗ ਜਿਹੜਾ ਨਾ ਤੁਹਾਡਾ ਮੈਂ ਕੀਤਾ ਕਿ ਆਪਣੀ ਲਾਈਫ ਦੇ ਕੁਝ ਚੀਜ਼ਾਂ ਦੱਸਾਂਗੀ, ਆਪਣੀ ਅੰਮੀ ਦੇ ਬਾਰੇ 'ਚ ਕੁਝ ਦੱਸਾਂਗੀ, ਆਪਣੀ ਜਿਹੜਾ ਚੇਂਜ ਮੇਰੇ ਐਸੇ ਮਹੀਨੇ ਡੇਢ ਦੇ ਵਿੱਚ ਕੀ ਚੇਂਜ ਆਇਆ ਹੈ ਮੇਰੇ ਅੰਦਰ, ਮੇਰੀ ਲਾਈਫ ਦੇ ਅੰਦਰ, ਤੇ ਉਹ ਸਾਰਾ ਕੁਝ ਤੁਹਾਨੂੰ ਇਨਸ਼ਾਅੱਲਾ ਸ਼ੇਅਰ ਕਰਾਂਗੇ। ਤੇ ਜਨਾਬ ਥੋੜੀ ਜਿਹੀ ਆਪਣੇ ਨਵੇਂ ਘਰ ਦੀ ਲੁੱਕ ਤੁਹਾਨੂੰ ਦਿੰਦੇ ਹਾਂ। ਤੇ ਨਵਾਂ ਘਰ ਕਿਉਂ, ਮਤਲਬ ਆਪਣਾ ਘਰ ਛੱਡ ਕੇ ਤੇ ਕਿਉਂ ਰੈਂਟ ਦੇ ਪੋਰਸ਼ਨ ਤੇ ਆਉਣਾ ਪਿਆ, ਕੀ ਇਹਦੀ ਵਜੂਹਾਤ ਬਣੀਆਂ, ਤੇ ਇਹ ਸਾਰਾ ਕੁਝ ਇਸ ਵਲੌਗ 'ਚ ਵੇ। ਤੁਸੀਂ ਨਾਲ ਰਹੋ। ਤੇ ਮੈਂ ਥੋੜੇ 2-3 ਕੰਮ ਕਰਨੇ ਨੇ। ਇੱਕ ਤੇ ਮੈਂ ਆਪਣੀ ਬੇਟੀ ਦੇ ਕਾਲਜ ਜਾਣਾ, ਅੱਜ ਮੀਟਿੰਗ ਹੈ ਛੋਟੀ ਜਿਹੀ। ਇੱਕ ਦੋ ਆਪਣੇ ਪੁਰਾਣੇ ਘਰ ਜਾਣਾ, ਕੁਝ ਚੀਜ਼ਾਂ ਰੱਖ ਕੇ ਆਉਣੀਆਂ ਨੇ, ਕੁਝ ਲੈ ਕੇ ਆਉਣੀਆਂ ਨੇ। ਨਾਲ ਨਾਲ ਤੁਸੀਂ ਰੂਟੀਨ ਵੇਖੋਗੇ, ਨਾਲ ਨਾਲ ਤੁਹਾਨੂੰ ਮੈਂ ਆਪਣੀ ਸਟੋਰੀ ਸੁਣਾਵਾਂਗੀ ਸਾਰੀ, ਠੀਕ ਹੈ ਨਾ। ਚਲੋ ਤੇ ਜਨਾਬ ਤੁਹਾਨੂੰ ਦੱਸਣੀ ਆਪਣੀ ਜ਼ਿੰਦਗੀ ਦੇ ਚੇਂਜ ਦੇ ਬਾਰੇ 'ਚ। ਇੱਥੇ ਜਨਾਬ ਮੈਂ ਅੰਮੀ ਵੱਲ ਜਾ ਰਹੀ ਸਾਂ ਤੇ ਅੰਮੀ ਦੀ ਥੈਰੇਪਿਸਟ ਆਈ ਹੋਈ ਸੀ ਤੇ ਤੁਸੀਂ ਆ 2 ਦਿਨ ਦੀ ਰੂਟੀਨ ਮੇਰੀ ਦੇਖੋਗੇ ਤੇ ਨਾਲ ਨਾਲ ਮੈਂ ਤੁਹਾਨੂੰ ਦੱਸਾਂਗੀ ਕਿ ਕੀ ਆ ਮਤਲਬ ਆਪਣੀ ਲਾਈਫ ਦੇ ਬਾਰੇ 'ਚ, ਆਪਣੇ ਡਿਸੀਜਨ ਦੇ ਬਾਰੇ 'ਚ। ਤੇ ਜਨਾਬ ਸਭ ਜੈਸੇ ਜਾਣਦੇ ਸਨ ਇਸ ਗੱਲ ਨੂੰ ਕਿ मैं पिछले तकरीबन आई थिंक 7-8 लास्ट ईयर रमज़ान में मेरी अम्मी को जो दिमाग का मसला है, जो पहला अटैक था वो उनको पिछले साल हुआ था रमज़ान में। तो रमज़ान से मतलब अभी रमज़ान शुरू नहीं हुआ था, कोई 8-10 दिन पहला की गल है। तो मैं अपनी अम्मी को आ गई सी। एक ही शहर 'ਚ ਅਸੀਂ ਰਹਿੰਦੇ ਹਾਂ, ਸ਼ੁਕਰ ਹੈ। ਲੇਕਿਨ ਇਹ ਵੀ ਕਿ ਗੱਡੀ ਤੇ ਰਿਕਸ਼ੇ ਤੇ 10-15 ਮਿੰਟ ਲੱਗ ਜਾਂਦੇ ਨੇ, ਕਿਰਾਇਆ ਲੱਗ ਜਾਂਦਾ, ਜਾਂ ਕਹਿ ਲਓ ਕਿ ਬੰਦਾ ਬਾਰ-ਬਾਰ ਨਹੀਂ ਆ ਸਕਦਾ, ਦਿਨ 'ਚ 1 ਦफ़ਾ ਆ ਜਾਏ, 2 ਦफ़ਾ ਹੀ ਹੁੰਦਾ ਨਾ। ਥੋੜਾ मतलब 15 मिनट का सफ़र है वे। तो जनाब मैं रमज़ान से पहले फिर आ गई। फिर मैं रमज़ान अपनी अम्मी के पास रही। स्टार्ट वाले मेरे ब्लॉग्स में शायद आपने देखा भी होगा। फिर मैंने अपनी अम्मी को टाइम दिया, इधर उनकी देखभाल की। लेकिन तब मेरी अम्मी को सिर्फ मसला था कि दिमाग का मसला उनको हो जाता था, लेकिन अटैक होता था, वो थोड़ा देर बेहोश रहती थी, फिर आहिस्ता आहिस्ता 1-2 दिन बेहोश रहने लगी, लेकिन वो चलती फिरती थी। मुझे याद है कि ये जो गर्मियाँ गुजर के गई हैं, सितंबर तक, अब ये फ़ेब का महीना है, सितंबर तक मैं उनको ना हाथ पकड़ के लेके जाती रही हूँ बाहर भी और जहाँ भी डॉक्टर पास भी जाना। तो जनाब आहिस्ता आहिस्ता उन्होंने तबीयत ना बिगड़ना शुरू हो गई। और जो अटैक पहला 3 महीने बाद, फिर 2 महीने बाद, 1 महीने बाद, 15 दिन बाद, आहिस्ता आहिस्ता वो रूटीन ये हो गई कि हफ्ते बाद उन्होंने तबीयत ख़राब होना शुरू हो गई। हफ्ते तो 2-3 दिन बाद मैं एक दौर आया कि मैं अपनी रूटीन ये बनाई सी कि मैं मतलब ਦੁਪਹਿਰ ਨੂੰ 2-3 ਵਜੇ ਆ ਜਾਂਦੀ ਹੁੰਦੀ ਸੀ, ਰਾਤ ਨੂੰ 10 ਵਜੇ ਜਾਂਦੀ ਸੀ। ਫਿਰ ਇੱਕ ਟਾਈਮ ਇਹ ਵੀ ਆਇਆ ਕਿ ਮੈਂ ਸਵੇਰ 9-10 ਵਜੇ ਆ ਜਾਂਦੀ ਸੀ, ਆਪਣੇ ਬੱਚੇ ਸਕੂਲ ਭੇਜ ਕੇ, ਕਾਲਜ ਭੇਜ ਕੇ। ਪਿੱਛੋਂ ਮੇਰੀ ਹੈਲਪਰ ਨੇ ਆਉਣਾ, ਉਹਨੇ ਹੀ ਖਾਣਾ ਬਣਾਉਣਾ, ਉਹਨੇ ਹੀ ਸਾਰਾ ਕੁਝ ਕਰਨਾ। ਲੇਕਿਨ ਬੜਾ ਮੁਸ਼ਕਿਲ ਸੀ ਕਿ ਆਪਣਾ ਘਰ ਕਿਸੇ 'ਤੇ ਸੁੱਟਣਾ। ਬੱਚੇ ਵਿਚਾਰੇ ਆਉਂਦੇ ਸੀ ਤੇ ਘਰ ਮੈਂ ਨਹੀਂ ਸੀ ਹੁੰਦੀ। ਫਿਰ ਉਹਨਾਂ ਖਾਣਾ ਸ਼ਾਨਾ ਖਾਣਾ, ਉਹਨਾਂ ਨੂੰ ਅਕੈਡਮੀ स्कूलों में चले जाना और फिर शाम को जब एकेडमी से वापस आना तो वापसी पे मैंने उनके साथ आना। अच्छा जनाब इस तरह अम्मी की देखभाल शुरू की। मेरी भाई भाभी मैंने आपको बताया है। काफ़ी लोग टिकटॉक पे भी मुझे पूछते हैं कि आपकी भाई नहीं है। जनाब मेरा भाई है एक,
میں نے پہلے بھی بتایا کہ وہ گونگا بہرا ہے، شاید کسی نے نہیں، جس کو نہیں پتہ دوبارہ بتا دیتی ہوں، بھابھی میری بھی گونگی بہری ہیں، بہت وہ خدمت کرتے ہیں، بہت کیئر کرتے ہیں، ہیلپر بھی رکھی ہے، لیکن ایک انسان جڑا سن بول ہی نہیں سکتا، انہوں کی پتا کہ پیشنٹ جڑا کول لیٹیا وہ کیویں دی آوازاں اودیاں کڈ رہا ہے، وہ کنی کی تکلیف چ یا وہ آواز دے رہا ہے۔ تو جب میری امی چل پھر لیتی تھیں، بیمار تھیں، اٹیک ان کو ہوتے تھے یہ دماغ والے، لیکن چلتی پھرتی تھی، تو پھر ہم اپنے گھروں میں سکون سے تھے کہ سارا دن بھی رہتے تھے، تو شام کو کیونکہ ہمیں یہ پتا کہ رات کو امی کی طبیعت اگر اچانک خراب ہو یا کوئی مسئلہ ہو تو امی اٹھ کے بھابھی پاس ہوتی تھی، تو امی ہاتھ سے اس کو ہلا دیا کریں گی۔ لیکن جب یہ کنڈیشن آ گئی کہ ان کو بالکل سمجھ بوجھ ہی نہ رہی، کہ ان کو پتہ ہی نہ رہا کہ میں اٹھ کے ٹر سکنا ہے یا میں کسی نو آواز دینی ہے، مطلب کسی نو ہلانا ہے یا کچھ، انہوں نے یہ چیزاں نہیں سن، تو پھر اسی یہی ڈیسیژن لیا کہ نہیں میں اپنی امی دے کول ہی آ کے رہنی ہاں۔ تے جناب جدو بیٹیاں ہون موجود تے میرے نہیں خیال چ کوئی بھی بیٹی اگر انہوں فیسیلٹی یہ ہوئے کہ اپنی ماں دے کول رہے یا ماں دی خدمت کرے، تو وہ کسی کام والی نو یا کسی میڈ نو ہیلپر نو رکھے کہ ہاں جی تو میری ماں دے کپڑے بدل، تو انہوں کھانا کھلا، تو انہوں دا ڈائپر چینج کر، مینوں تو یہ چیز بالکل نہیں مطلب گوارا گزرتی، کیونکہ میں نہ ٹرسٹ ہی نہیں کسی تے کر سکتی۔ تو جناب پھر یہ آئی روٹین تھوڑی جی شروع ہو گئی کہ میں اپنی امی دے کول آ گئی۔ میں نے وہ 3-4 ماہ آپ کے ساتھ ولاگ شاید شیئر بھی کیے ہیں، تب یہ ہوتا تھا کہ صرف امی کا کام ہوتا تھا گھر میں، ہیلپر امی کے سارا کام کرتی تھی، باقی کوکنگ کا بھابھی کرتی تھی۔ 2 فیملیز ہم ایک جگہ پہ رہ رہے تھے، میرے بچے بھی اس کے بچے بھی، تو تھوڑا مشکل اس لیے ہو رہا تھا کہ میری بیٹیاں بڑی تھیں، ان کی پڑھائی بہت ڈسٹرب ہو رہی تھی، اور وہ میں کہتی تھی اماں ہم اپنے گھر چلے جاتے ہیں، آپ ادھر ہی رہ لو، ہم اپنے بابا پاس رہ لیں گے۔ تو میرے میاں بھی تھوڑے ڈسٹرب تھے، ویسے وہ انتہائی کوآپریٹیو ہیں، میں ان کی جتنا شکر ادا کروں کام میں، لیکن ڈسٹرب اس وجہ سے تھے کہ جب وہ صبح جاتے تھے تب میں گھر ہوتی تھی، جب وہ واپس آتے تھے میں گھر نہیں ہوتی تھی، کئی دفعہ ان کو ناشتہ وہ خود بناتے تھے، کئی دفعہ کھانا باہر سے لانا پڑتا تھا، تو زندگی بڑی ڈسٹرب تھی۔ لیکن میں 4-5 ماہ مسلسل اپنی امی کے پاس رہی، کیونکہ میری امی پہ ایک ٹائم یہ آ گیا اب کہ میری امی چلنا پھرنا چھوڑ گئیں، اور چلنا پھرنا کے علاوہ ان کو کئی دفعہ باتوں کی سمجھ نہیں آتی وہ کیا کر رہی ہیں۔ تو جناب بھائی بھابھی جتنی مرضی خدمت کریں کیئر کریں، جو بندہ بیچارہ سن ہی نہیں سکتا، اب وہ میری امی کسی تکلیف میں ہے، وہ ہائے کہہ رہی ہیں یا ان کے گلے میں سے کوئی آواز نہیں کر رہی، تو میں تو انڈرسٹینڈ کر سکتی ہوں، تو وہ تو نہیں بیچارے کر سکتے۔ اچھا جناب 5-6 مہینے رہن تو بعد اسی بہت زیادہ پریشان ہو گئے، میری بیٹیاں جڑیاں سن انہوں دے پیپر بھی سن، اگوں میرے بھائی دے بچے سن، پتہ لڑکے تھوڑے چینج ہوتے ہیں، تھوڑے ضدی ٹائپ کہہ لیں، یا تھوڑی ان کی ڈفرینٹ ہوتی ہیں وہ بچیوں سے، تو بچیاں تھوڑی ہوتی ہیں کہ ہمیں پرائیویسی چاہیے، ہم نے پڑھنا ہے، ہم کیا، پھر آیا گیا بھی میری امی کا پتہ لینے بڑا، اور سارے مسئلے مسائل یہ ساتھ ساتھ تھے۔ پھر جناب ہم نے یہی میں نے فیصلہ کیا کہ میں اپنی امی کے اوپر والے پورشن میں شفٹ ہو جاؤں، تاکہ میرے میاں جو ہے نا وہ بڑا اس چیز کو کرتے ہیں، کہ کرتے تو نہیں، کبھی انہوں نے کہا نہیں تھا، مطلب مجھے فیل ہوتا تھا کہ وہ ان کی لائف بڑی ڈسٹرب ہے، نہ ان کو کھانا ٹائم پہ ملتا ہے، وہ کھپے آتے ہیں شام کو، تو نہ ان کو میں گھر میں موجود ہوتی ہوں، میڈ کے ہاتھ کا کھانا یہ وہ۔ جب میں نے اپنے میاں سے بات کی تو وہ کہتے ہیں کہ نہیں یہ تو مجھے نہیں یہ چیز اچھی لگتی کہ ہم اوپر ان کے گھر میں رہیں، تو تم رہو ادھر، پھر میں ادھر ہی رہتا ہوں، تو ایسے نہیں، مجھے یہ فیل ہوا کہ نہیں شاید وہ اس چیز سے اوائڈ کر رہے ہیں کہ نہیں ہم لوگ ایک جگہ پہ 2 فیملیز ایسے اچھا نہیں لگتا، یا لوگ کیا کہیں گے، حالانکہ لوگوں کی مجھے پرواہ نہیں تھی، کیونکہ مجھے اس بات پہ بڑا فخر تھا کہ میں اپنی ماں کی خدمت کرتی ہوں، اور میرے میاں اس چیز پہ میرا ساتھ دیتے ہیں الحمدللہ۔ تو جناب بڑا پھر اس چیز پہ میں نے کافی سوچا، اپنی بہن سے مشورہ کیا، بھائی سے، میرا بھائی تو یہ کہتا تم ادھر ہی رہو، بھی رہی جاؤ کچھ نہیں ہوتا، اپنے ہسبینڈ کو بھی کہو ادھر رہیں، لیکن وہ اس چیز پہ کہتے تھے کہ نہیں تمہاری مجبوری ہے، تم اپنی ماں کو سنبھالو۔ وہ آتے تھے اکثر ناشتہ کرنے، اکثر شام کو کھانا کھانے، بچوں سے ڈیلی ملنے، 2 دفعہ بھی دن میں آتے تھے، لیکن رہتے نہیں تھے۔ اور بچے بھی میرے جو اپنے باپ سے تھوڑے وہ اس طرح پتہ ہے اٹیچمنٹ ایسی ہوتی ہے، بچوں کو ایسا لگتا تھا ہم جیسے کسی کے گھر رہ رہے ہیں، اس طرح وہ فیلنگ اپنے گھر والی جو ہوتی ہے نا، حالانکہ مجھے تو اپنی ماں کا گھر تھا، میری بھابھی ماشاءاللہ بہت اچھی ہیں، اللہ پاک اس کو خوشیاں دے، سکون دے۔ تو جناب اینڈ میں یہی فیصلہ کیا کہ امی کے پاس ایک گھر قریب لے لیتے ہیں، تاکہ میں سارا دن بھی رہوں، رات بھی رہوں، بے شک دن میں 50 چکر لگاؤں، میرے بچے اپنے گھر میں ہوں، وہ اپنے گھر میں سکون سے پڑھیں، اپنے گھر سے سکون سے سوئیں۔ تو یہ جو پورشن آپ دیکھ رہے ہیں میرے ولاگز میں، یہ 2 دن کی روٹین بھی میں نے آپ کے ساتھ شیئر کی ہے جناب،
ये मैंने पोर्शन रेंट पे लिया है, ऊपर वाला पोर्शन मुझे मिला है, लेकिन ये मेरी अम्मी के घर के बिल्कुल समझ लें सामने तो नहीं कह सकते, लेकिन बिल्कुल करीब है कि मैं 2 सेकंड में उधर पहुंच जाती हूँ। तो अब ये है कि अब अम्मी की तबीयत पहले से भी ज़्यादा ख़राब है, तो अब मैंने एक कुक भी रख ली है, शेफ़ कह लें कि एक मेरी अपनी जानने वाली थी, बड़ा अच्छा खाना बनाती है। क्योंकि मैं सुबह नाश्ता जब बना के बच्चों को स्कूल भेज के मैं चले जाती हूँ अम्मी की तरफ, फिर वो सफाई का एक मतलब करवाती हूँ आके, फिर वो चले जाती है, फिर जो वो शेफ़ आती है, फिर तब मेरे बड़ी बेटी घर होती है, छोटे बच्चे अकेडमी के होते हैं, वो अच्छा सा खाना बनाती है, मैं उधर होती हूँ, मेरी अम्मी की थेरेपिस्ट आती है, या मैं अपनी अम्मी के कपड़े चेंज करने के, एक दफ़ा अम्मी की तबीयत ख़राब होती है तो मैं उधर ही सो जाती हूँ, वो खाना शाना बर्तन समेट के। ये अब सुकून होता है कि बच्चे खाना अपने खुद खा के सो जाएं, पढ़ लें। मेरे मियाँ जो होते हैं, घर को मैं साथ साथ मैनेज रखती हूँ कि मैं 2 मिनट के लिए भी घर आऊँ तो मैं घर के काम कई कर जाती हूँ, या अम्मी सो गई हैं घंटा डेढ़ के लिए तो मैं घर आ गई। रात को मैं अपने घर ही होती हूँ ज़्यादातर, जिस दिन अम्मी की तबीयत ज़्यादा ख़राब हो फिर उधर होती हूँ। तो जनाब ये डिसीजन लिया है मेरी माँ के लिए, आप लोग दुआ करें कि अल्लाह पाक उनको ज़िंदगी सेहत दे, तंदुरुस्ती दे, क्योंकि मावां तो बाद ਜਿਹੜੀ ਜ਼ਿੰਦਗੀ ਜਿੰਨਾ ਬੜੀ ਮੈਂ ਕਹਿੰਦੀ ਹਾਂ ਮਾਂ ਬਾਪ ਬੁਢਾਪੇ ਦੇ ਵਿੱਚ ਤੇ ਬਿਮਾਰੀ ਦੇ ਵਿੱਚ अपने बच्चों ਨਾਲ ज़्यादा ਵੱਧ सोने लगन लग पैंदे ने, अच्छे लगन लग पैंदे ने। तो मुझे तो अपनी अम्मी को अब इसी तरह फीलिंग आती है जैसे मैं अपने बच्चों को संभालती थी, बल्कि शायद मैं अपने बच्चों को संभालने में कोई कोताही कर देती थी कि अपने मियाँ को कहना या थोड़ा कहना कि डांट देना कि बच्चे क्यों, लेकिन मैं अपनी माँ के बारे च बिल्कुल ऐसी दोनों भैन बिल्कुल कोताही कोई नहीं करदियाँ। अल्लाह पाक उन्होंने सेहत तंदुरुस्ती दे जनाब। तो ये मेरा मैंने आपसे शेयर करनी थी कि मैं अपनी अम्मी के घर के करीब शिफ्ट हो गई हूँ रेंट के पोर्शन में। अपना घर मैंने लॉक लगा दिया है और यहाँ ये सुकून है कि मैं दिन में सारे काफ़ी दफ़ा अपनी अम्मी के पास चली जाती हूँ, जब मेरी अम्मी सोई हो या मेरी अम्मी की तबीयत ठीक हो अपने घर आ गई, या बच्चे उधर बैठ जाते हैं अम्मी के पास, मैं अपने घर के काम शाम कर लिए। तो मियाँ भी अब कंफर्टेबल, बच्चे भी कंफर्टेबल और मैं ख़ुद भी सुकून में हूँ कि चलो मेरी माँ को भी मैं संभाल रही हूँ और मैं अपने घर को भी देख रही हूँ, अपने बच्चों को भी देख रही हूँ। सब लोग मुझे कहते हैं कि लो अपना घर छोड़ के रेंट पे लिया लो अपना, लेकिन कई दफ़ा अपने तुहानू प्यारिਆਂ ਲਈ अपने ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਤੇ ਜਨਾਬ ਜਿਹੜੇ ਇਹ ਰਿਸ਼ਤੇ ਹੁੰਦੇ ਨੇ ਨਾ, ਪਿਆਰੇ ਰਿਸ਼ਤੇ, ਇਹ ਤੁਹਾਨੂੰ ਆਪਣੀ ਜਾਨ ਨਾਲੋਂ ਵੱਧ ਅਜ਼ੀਜ਼ ਹੁੰਦੇ ਨੇ, ਇਹ ਤੁਹਾਨੂੰ ਆਪਣੀ ਜਾਨ ਨਾਲੋਂ ਵੱਧ ਪਿਆਰੇ ਹੁੰਦੇ ਨੇ। पूरी ज़िंदगी असी औलाद जेड़े ना लापरवाह होने, असी भी अपने लाइफ च इन्नी बिजी सा, मतलब अपने ससुराल में हस्बैंड के साथ, बच्चों के साथ, कि अम्मी को फ़ोन करना, उनका हाल चाल पूछना दिन में 2-3 दफ़ा, और बस ये अम्मी क्या काम कर रही हैं, किधर जा रही हैं, ना अम्मी ने कभी बताया था ना हमने पूछा था, कि बस अम्मी भी सेट हैं अपनी लाइफ में, हम भी। लेकिन जब से अम्मी बीमार हुई हैं या बिस्तर पर पड़ी हैं ना, तो तब से एहसास हुआ है कि माँ बाप तो आपको अपनी औलाद से भी ज़्यादा अच्छे लगते हैं। जिवें तुसीं अपने बच्चों को साਂਭਦੇ ਜੇ ना, इंज माँ बाप भी संभाल के इंसान नहीं थकदा। तो ये रिश्तिਆਂ की खातर कुर्बानी अगर तुसीं दो, मैं इहनूं कुर्बानी नहीं कहती, मैं तो ये कहनी हाँ कि माँ बाप ने जो तुहाडे लई कीता हुंदा है उहदा ते तुसीं कर्ज उतार ही नहीं उन्हां दा सकदे। तो ये तुहाडी ड्यूटी हो सकती है, इनू ड्यूटी समझो, इनू फर्ज समझो ते इहदी अदायगी करो। इनू ये ना समझो कि तुसीं किसी ते एहसान कीता आ। अपने माँ बाप ते औलाद नहीं एहसान कर सकती, माँ बाप का जोड़ा एहसान है ना औलाद उत्ते, वो औलाद नहीं दे सकती। तो जनाब तुसी मेरा नवे घर दे भी थोड़े थोड़े क्लिप देखे, अजे मैं घर सैट नहीं किया क्योंकि शिफ्ट ही होया थोड़ा देर होई है। तो तुसी रूटीन वेखी विचे, मैं तुहानूं अम्मी दी भी रूटीन दिखा रही हूँ नाल कि मैं किवें सारा दिन 1 मिनट उत्ते ते 1 मिनट उत्थे। उम्मीद है तुहानूं अज दा मेरा व्लॉग सारा पसंद आया होएगा। तो दुआवां च याद रखो, चैनल नूं सबसक्राइब करो, लाइक और शेयर भी करो। तो अब मेरी माँ वास्ते दिलों हो के दुआ करो, क्योंकि रब दुआवां सुनने वाला है। तो हो सकता है किसी की दुआ रब नूं कितनी अच्छी लगे कि फौरन कबूल हो जाए। तो अल्लाह पाक मेरी माँ नूं चलन फिरन दे काबिल करे, उन्हां दे घर दीयां रौनकां इंज ही सलामत रहन, उन्हां दा घर वसदा रसदा रहे, क्योंकि उन्हां दे घर च रौनक उन्हां दे दम नाल है। ये उन्हां दे घर छड्ड के हर जगह ते जिथे बजुर्ग ने या घर दे मालक ने जिहड़े वड्डे ने, उन्हां दे नाल ही रौनकां हुंदियां ने जनाब। तो इजाज़त दिओ, तो बस तुहाडे कोलों ना दुआवां दी उम्मीद रखनी आ। फिर इंशाल्लाह मिलांगे नैक्सट व्लॉग च। अल्लाह हाफिज़।